तू मेरो मेर पर्बत सुआमी, ओट गही मैं तेरी। ना तुम डोलो ना हम गिरते, रख लीनी हर मेरी। रोगी का प्रभ खंडो रोग, दुखिए का मटाबो प्रभ सोग। निथावे को तुम थान बठाबो, दास अपने को भगति लावो। दास अपने को भगति लावो। गुरु प्यारी साध संगत जीओ, सतगुरु महाराज जी ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਦੇ ਨਾਲ ਸਾਂਝ ਪਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਸਾਰ ਦੇ ਅੰਦਰ ਕੋਈ ਮਨੁੱਖ ਆਪਣੇ ਪਿਤਾ ਦੇ ਕਾਰਨ ਮਹਾਨ ਹੋਇਆ ਕਰਦਾ ਹੈ। ਕੋਈ ਮਨੁੱਖ ਆਪਣੀ ਸ਼ਖਸੀਅਤ ਦੇ ਕਾਰਨ ਮਹਾਨ ਹੋਇਆ ਕਰਦਾ ਹੈ ਤੇ ਕੋਈ ਮਨੁੱਖ ਆਪਣੀ ਔਲਾਦ ਦੇ ਕਾਰਨ ਮਹਾਨ ਹੋਇਆ ਕਰਦਾ ਹੈ। ਉਹ ਮਨੁੱਖ ਜਿਨ੍ਹਾਂ ਦੇ ਪਿਤਾ ਪਿਤਾਮਾ ਬੜੇ ਚੰਗੇ ਕਰਮ ਕਰਦੇ ਨੇ, ਅਦੁੱਤੀ ਕਾਰਨਾਮੇ ਕਰਦੇ ਨੇ, ਜਿਹਦੇ ਕਾਰਨ ਉਹਨਾਂ ਦੀ ਅਗਲੀ ਔਲਾਦ ਜਿਹੜੀ ਹੈ ਉਹ ਸੰਸਾਰ ਦੇ ਅੰਦਰ ਮਹਾਨ ਹਸਤੀ ਅਖਵਾਉਂਦੀ ਹੈ। ਜਾਂ ਫਿਰ ਉਹਨਾਂ ਦੇ ਮਾਤਾ ਪਿਤਾ ਕੋਈ ਮਹਾਨ ਕੰਮ ਨਾ ਕਰਨ, ਉਹ ਆਪ ਮਹਾਨ ਕੰਮ ਕਰ ਜਾਂਦੇ ਹਨ, ਜਿਹਦੇ ਕਾਰਨ ਉਹ ਮਹਾਨ ਸ਼ਖਸੀਅਤ ਅਖਵਾਉਂਦੇ ਹਨ। ਤੇ ਕਈ ਵਾਰ ਇਸ ਤਰ੍ਹਾਂ ਵੀ ਹੁੰਦਾ ਹੈ ਕਿ ਉਹਨਾਂ ਦੇ ਪਿਤਾ ਪਿਤਾਮਾ ਕੋਈ ਮਹਾਨ ਕੰਮ ਨਹੀਂ ਕਰਦੇ, ਉਹ ਆਪ ਵੀ ਮਹਾਨ ਕੰਮ ਨਹੀਂ ਕਰਦੇ, ਪਰ ਉਹਨਾਂ ਦੀ ਅੱਗੇ ਔਲਾਦ ਜਿਹੜੀ ਹੈ ਉਹ ਸੰਸਾਰ ਦੇ ਅੰਦਰ ਅਦੁੱਤੀ ਕਾਰਨਾਮਾ ਕਰ ਜਾਂਦੀ ਹੈ, ਮਹਾਨ ਕਰਮ ਕਰ ਜਾਂਦੇ ਹਨ, ਜਿਹਦੇ ਕਾਰਨ ਆਪਣੀ ਔਲਾਦ ਦੇ ਕਾਰਨ ਉਹ ਮਹਾਨ ਸੰਸਾਰ ਦੇ ਵਿੱਚ ਅਖਵਾਉਂਦੇ ਹਨ। ਪਰ ਖਿਆਲ ਕਰਨਾ, ਜਦੋਂ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਖਸੀਅਤ ਵੱਲ ਵੇਖਦੇ ਹਾਂ ਤੇ ਉਹਨਾਂ ਦੀ ਸ਼ਖਸੀਅਤ ਦੇ ਅੰਦਰ ਇਹ ਤਿੰਨੇ ਹੀ ਪ੍ਰਭਾਵ ਜਿਹੜੇ ਨੇ ਉਹ ਮਹਾਨ ਸ਼ਖਸੀਅਤ ਅਖਵਾਉਣ ਦੇ ਵਿੱਚ ਯੋਗਦਾਨ ਪਾਉਂਦੇ ਨੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜੇ ਆਪਾਂ ਪੜਦਾਦੇ ਦੀ ਗੱਲ ਕਰੀਏ, ਗੁਰੂ ਅਰਜਨ ਸਾਹਿਬ ਮਹਾਰਾਜ ਸ਼ਹੀਦਾਂ ਦੇ ਸਰਤਾਜ, ਜੋ ਤੱਤੀਆਂ ਤਵੀਆਂ ਦੇ ਉੱਤੇ ਬੈਠ ਕੇ ਸੰਸਾਰ ਦੇ ਅੰਦਰ ਉਹ ਮਹਾਨ ਕਾਰਨਾਮੇ ਉਹਨਾਂ ਨੇ ਕੀਤੇ। ਗੁਰੂ ਕਲਗੀਧਰ ਪਾਤਸ਼ਾਹ ਜੀ ਦੇ ਜੇ ਦਾਦੇ ਜੀ ਦੀ ਗੱਲ ਕਰੀਏ, ਗੁਰੂ ਹਰਗੋਬਿੰਦ ਮਹਾਰਾਜ ਜੀ ਮੀਰੀ ਪੀਰੀ ਦੇ ਮਾਲਕ, ਜਿਨ੍ਹਾਂ ਨੇ 2 ਤਲਵਾਰਾਂ ਪਹਿਨ ਕਰਕੇ ਆਪਣੇ ਜੀਵਨ ਦੇ ਅੰਦਰ ਵੈਰੀ ਦੇ ਨਾਲ 4 ਜੰਗ ਲੜ ਕੇ ਤੇ ਉਹਨਾਂ 4 ਜੰਗਾਂ ਦੇ ਵਿੱਚ ਜਿੱਤ ਪ੍ਰਾਪਤ ਕਰਕੇ ਤੇ ਉਹਨਾਂ ਨੇ ਉਹ ਮਹਾਨ ਕਾਰਨਾਮੇ ਕੀਤੇ। ਉਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ, ਜਿਨ੍ਹਾਂ ਨੇ ਧਰਮ ਦੀ ਚਾਦਰ ਬਣ ਕੇ ਧਰਮ ਨੂੰ ਬਚਾਇਆ, ਉਹਨਾਂ ਦੀ ਸ਼ਹਾਦਤ, ਉਹਨਾਂ ਦਾ ਕੀਤਾ ਹੋਇਆ ਸਾਕਾ ਜਿਹੜਾ ਹੈ ਉਹ ਵੀ ਮਹਾਨ ਹੈ। ਗੁਰੂ ਕਲਗੀਧਰ ਪਾਤਸ਼ਾਹ ਵੱਲ ਵੇਖਦੇ ਹਾਂ, ਉਹ ਆਪ ਇਤਨੇ ਕੁ ਮਹਾਨ ਸੰਸਾਰ ਦੇ ਵਿੱਚ ਹਨ। ਉਹਨਾਂ ਦੀ ਸ਼ਖਸੀਅਤ ਦੇ ਕਾਰਨ ਆਪਾਂ ਉਹਨਾਂ ਨੂੰ ਸਰਵੰਸਦਾਨੀ ਆਖਦੇ ਹਾਂ, ਉਹਨਾਂ ਨੂੰ ਸਾਹਿਬੇ ਕਮਾਲ ਆਖਦੇ ਹਾਂ, ਹੋਰ ਅਨੇਕਾਂ ਤਖਲਸ ਉਹਨਾਂ ਦੇ ਨਾਮ ਦੇ ਨਾਲ ਜੋੜਦੇ ਹਾਂ। ਤੇ ਖਿਆਲ ਕਰਨਾ, ਜਦੋਂ ਉਹਨਾਂ ਦੇ ਪੁੱਤਰਾਂ ਦੀ ਗੱਲ ਆਉਂਦੀ ਹੈ ਤੇ ਉਹਨਾਂ ਦੇ ਪੁੱਤਰ ਵੀ ਸੰਸਾਰ ਦੇ ਅੰਦਰ ਮਹਾਨ ਨੇ, ਜਿਨ੍ਹਾਂ ਨੇ ਛੋਟੀ ਉਮਰ ਦੇ ਅੰਦਰ ਉਹ ਮਹਾਨ ਕਾਰਨਾਮੇ ਕੀਤੇ, ਉਹ ਮਹਾਨ ਸਾਕੇ ਕੀਤੇ, ਜਿਨ੍ਹਾਂ ਸਾਕਿਆਂ ਦੇ ਕਾਰਨ ਇਸ ਸੰਸਾਰ ਦੇ ਵਿੱਚ ਮੁਗਲ ਸਾਮਰਾਜ ਦੀ ਨੀਂਹ ਜਿਹੜੀ ਹੈ ਉਹ ਪੁੱਟੀ ਗਈ। ਸੰਸਾਰ ਦੇ ਅੰਦਰ ਵਿਚਰਦਿਆਂ ਹੋਇਆਂ ਖਿਆਲ ਕਰਨਾ, ਜਦੋਂ ਅਸੀਂ ਗੁਰੂ ਕਲਗੀਧਰ ਪਾਤਸ਼ਾਹ ਦੇ ਜੀਵਨ ਨੂੰ ਵੇਖਦੇ ਹਾਂ, ਉਹਨਾਂ ਦੇ ਸਪੁੱਤਰਾਂ ਦਾ ਜੀਵਨ ਵੇਖਦੇ ਹਾਂ,
ਤੇ ਗੁਰੂ ਕਲਗੀਧਰ ਪਾਤਸ਼ਾਹ ਦੇ ਪਿਤਾ ਪਤਾਮਾ ਦਾ ਜੀਵਨ ਵੇਖਦੇ ਹਾਂ ਤੇ ਸਾਰੇ ਹੀ ਉਹ ਪੱਖ ਸਾਨੂੰ ਮਹਾਨ ਸ਼ਖਸੀਅਤ ਦੀ ਯਾਦ ਦਿਵਾਉਂਦੇ ਹਨ। ਸੰਸਾਰ ਦੇ ਵਿੱਚ ਗੁਰੂ ਸਾਹਿਬਾਨਾਂ ਦੇ ਹੋਰ ਵੀ ਪੁੱਤਰ ਨੇ। ਅਸਲ ਵਿੱਚ ਸਹਿਜਾਦਾ ਜੋ ਹੈ, ਸਾਹਿਬਜ਼ਾਦਾ ਜੋ ਹੈ, ਉਹ ਅਰਬੀ ਭਾਸ਼ਾ ਦਾ ਸ਼ਬਦ ਹੈ ਜਿਸ ਦਾ ਅਰਥ ਹੈ ਬਾਦਸ਼ਾਹ ਦਾ ਪੁੱਤਰ। ਬਾਦਸ਼ਾਹ ਦਾ ਪੁੱਤਰ ਉਹਨੂੰ ਸਹਿਜਾਦਾ ਆਖਿਆ ਜਾਂਦਾ ਹੈ। ਤੇ ਖਿਆਲ ਕਰਨਾ, ਅਸੀਂ ਗੁਰੂ ਸਾਹਿਬਾਨਾਂ ਨੂੰ ਸੱਚਾ ਪਾਤਸ਼ਾਹ ਆਖਦੇ ਹਾਂ। ਇਤਿਹਾਸ ਦੀ ਉਸ ਘਟਨਾ ਤੋਂ ਸਾਨੂੰ ਸਹਿਜੇ ਪਤਾ ਲੱਗ ਜਾਂਦਾ ਹੈ। ਜਦੋਂ ਗੁਰੂ ਹਰਗੋਬਿੰਦ ਮਹਾਰਾਜ ਤੇ ਜਹਾਂਗੀਰ ਇਕੱਠੇ ਵਿਚਰ ਰਹੇ ਨੇ ਤੇ ਉਸ ਸਮੇਂ ਇੱਕ ਗਰੀਬ ਘਾਹੀ ਸਤਿਗੁਰੂ ਮਹਾਰਾਜ ਜੀ ਦੇ ਘੋੜਿਆਂ ਵਾਸਤੇ ਘਾਹ ਦੀ ਪੰਡ ਤੇ ਗੁਰੂ ਹਰਗੋਬਿੰਦ ਮਹਾਰਾਜ ਵਾਸਤੇ ਭੇਟ ਕਰਨ ਵਾਸਤੇ ਟਕਾ ਲੈ ਕੇ ਆਉਂਦਾ ਹੈ। ਪਰ ਉਹ ਗਲਤੀ ਦੇ ਨਾਲ ਜਹਾਂਗੀਰ ਦੇ ਤੰਬੂ ਦੇ ਵਿੱਚ ਚਲਾ ਜਾਂਦਾ ਹੈ। ਤੰਬੂ ਦੇ ਵਿੱਚ ਜਾਣ ਦੇ ਕਾਰਨ ਉਹ ਜਦੋਂ ਟਕਾ ਰੱਖ ਕੇ, ਘਾਹ ਦੀ ਪੰਡ ਰੱਖ ਕੇ ਤੇ ਅਰਦਾਸ ਕਰਦਾ ਹੈ ਹੱਥ ਜੋੜ ਕੇ, ਸੱਚੇ ਪਾਤਸ਼ਾਹ ਮੇਰਾ ਲੋਕ ਤੇ ਪਰਲੋਕ ਸਵਾਰ ਦਿਓ। ਤੇ ਉਸ ਵਕਤ ਜਹਾਂਗੀਰ ਸਮਝ ਜਾਂਦਾ ਹੈ ਵੀ ਇਹ ਸਿੱਖ ਗਲਤੀ ਦੇ ਨਾਲ ਮੇਰੇ ਤੰਬੂ ਵਿੱਚ ਆ ਗਿਆ, ਇਹ ਤੇ ਗੁਰੂ ਹਰਗੋਬਿੰਦ ਪਾਤਸ਼ਾਹ ਦਾ ਸਿੱਖ ਜਾਪਦਾ ਪਿਆ ਹੈ। ਤੇ ਜਹਾਂਗੀਰ ਆਖਦਾ ਹੈ ਮੈਂ ਤੇਰਾ ਪਰਲੋਕ ਤੇ ਨਹੀਂ ਸਵਾਰ ਸਕਦਾ ਕਿਉਂਕਿ ਮੇਰਾ ਆਪਣਾ ਪਰਲੋਕ ਜਿਹੜਾ ਹੈ ਉਹ ਨਹੀਂ ਸਵਰਿਆ। ਮੈਂ ਤੈਨੂੰ ਇਸ ਸੰਸਾਰ ਦੇ ਵਿੱਚ ਹਰੇਕ ਸੁੱਖ ਸਹੂਲਤ ਦੇ ਸਕਦਾ ਹਾਂ, ਹਰ ਸਾਧਨ ਮੁਹੱਈਆ ਕਰਵਾ ਸਕਦਾ ਹਾਂ। ਪਰ ਜਦੋਂ ਸਿੱਖ ਨੂੰ ਇਹ ਪਤਾ ਲੱਗਦਾ ਵੀ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਨਹੀਂ ਹੈ, ਇਹ ਤੇ ਸਮੇਂ ਦਾ ਹੁਕਮਰਾਨ ਜਹਾਂਗੀਰ ਹੈ, ਤੇ ਗੁਰੂ ਕਾ ਸਿੱਖ ਬੜੀ ਨਿਡਰਤਾ ਦੇ ਨਾਲ ਉਹ ਘਾਹ ਦੀ ਪੰਡ ਤੇ ਉਹ ਟਕਾ ਜਦੋਂ ਚੁੱਕਣ ਲੱਗਦਾ ਹੈ ਤੇ ਜਹਾਂਗੀਰ ਦੇ ਸਿਪਾਹ ਸਲਾਰ ਉਸ ਗਰੀਬ ਘਾਹੀ ਨੂੰ ਆਖਦੇ ਨੇ ਕਿ ਤੈਨੂੰ ਪਤਾ ਹੈ ਸਮੇਂ ਦੇ ਹੁਕਮਰਾਨ ਦੇ ਸਾਹਮਣਿਓਂ ਤੂੰ ਭੇਟ ਕੀਤੀ ਹੋਈ ਘਾਹ ਦੀ ਪੰਡ ਤੇ ਟਕਾ ਚੁੱਕਣ ਲੱਗਾ, ਇਹਦਾ ਹਸ਼ਰ ਕੀ ਹੋਵੇਗਾ। ਤੇ ਗੁਰੂ ਕਾ ਸਿੱਖ ਬੜੀ ਨਿਡਰਤਾ ਦੇ ਨਾਲ ਉਸ ਵਕਤ ਕਹਿੰਦਾ ਹੈ ਇਹ ਵੱਧੋ ਵੱਧ ਮੇਰਾ ਕੀ ਕਰ ਸਕਦਾ ਹੈ, ਮੌਤ ਦੇ ਸਕਦਾ ਹੈ। ਪਰ ਖਿਆਲ ਕਰਨਾ, ਮੌਤ ਵੀ ਇਹਦੇ ਵੱਸ ਦੀ ਗੱਲ ਨਹੀਂ ਹੈ। ਇਹ ਕੇਵਲ ਤੇ ਕੇਵਲ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਹੱਥ ਦੇ ਵਿੱਚ ਹੈ। ਜਾ ਕੇ ਵਸ ਖਾਨ ਸੁਲਤਾਨ, ਜਾ ਕੇ ਵਸ ਹੈ ਸਗਲ ਜਹਾਨ। ਉਹਦੇ ਵਸ ਦੇ ਵਿੱਚ ਤੇ ਸਾਰਾ ਹੀ ਜਹਾਨ ਹੈ, ਉਹਦੇ ਹੀ ਵਸ ਦੇ ਵਿੱਚ ਸਾਰਾ ਕੁਝ ਹੈ। ਉਹ ਕੇਵਲ ਤੇ ਕੇਵਲ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਹੀ ਹੱਥ ਦੇ ਵਿੱਚ ਹੈ। ਉਹ ਗਰੀਬ ਘਾਹੀ ਉਹ ਟਕਾ ਵੀ ਚੁੱਕ ਲੈਂਦਾ ਹੈ, ਉਹ ਗਰੀਬ ਘਾਹੀ ਘਾਹ ਦੀ ਪੰਡ ਵੀ ਚੁੱਕ ਲੈਂਦਾ ਹੈ ਤੇ ਘਾਹ ਦੀ ਪੰਡ ਚੁੱਕ ਕਰਕੇ ਤੇ ਸੱਚੇ ਪਾਤਸ਼ਾਹ ਗੁਰੂ ਹਰਗੋਬਿੰਦ ਮਹਾਰਾਜ ਦੇ ਚਰਨਾਂ ਦੇ ਵਿੱਚ ਰੱਖ ਕਰਕੇ ਤੇ ਉਹਨਾਂ ਦੀ ਅਸੀਸ ਜਿਹੜੀ ਹੈ ਉਹ ਪ੍ਰਾਪਤ ਕਰਦਾ ਹੈ। ਤੇ ਖਿਆਲ ਕਰਨਾ, ਇਹ ਸੱਚੇ ਪਾਤਸ਼ਾਹ ਦੀ ਨਿਸ਼ਾਨੀ ਹੈ। ਗੁਰੂ ਕੇ ਸਿੱਖ ਆਪਣੇ ਗੁਰੂ ਸਾਹਿਬਾਨਾਂ ਨੂੰ ਸੱਚਾ ਪਾਤਸ਼ਾਹ ਸੰਬੋਧਨ ਕਰਕੇ ਉਸ ਵਕਤ ਆਖਿਆ ਕਰਦੇ ਸਨ। ਤੇ ਸਤਿਗੁਰੂ ਮਹਾਰਾਜ ਪਾਵਨ ਬਾਣੀ ਦੇ ਵਿੱਚ ਵੀ ਇਹ ਗੱਲ ਕਹਿੰਦੇ ਨੇ, ਸੱਚੇ ਤੇਰੀ ਕੁਦਰਤ ਸੱਚੇ ਪਾਤਸ਼ਾਹ। ਉਹ ਪਰਮੇਸ਼ਰ ਅਕਾਲ ਪੁਰਖ ਸੱਚਾ ਹੈ, ਸਦੀਵੀ ਰਹਿਣ ਵਾਲਾ ਹੈ। ਦੁਨਿਆਵੀ ਬਾਦਸ਼ਾਹ ਜਿਹੜੇ ਨੇ ਉਹ ਇੱਕ ਦਿਨ ਖਤਮ ਹੋ ਜਾਵਣ, ਪਰ ਪਰਮੇਸ਼ਰ ਪਾਤਸ਼ਾਹ ਜਿਹੜਾ ਹੈ ਉਹ ਸਦੀਵੀ ਹੈ। ਗੁਰੂ ਕਲਗੀਧਰ ਪਾਤਸ਼ਾਹ ਦੇ ਹਜ਼ੂਰੀ ਕਵੀ ਨੇ ਵੀ ਗੁਰੂ ਕਲਗੀਧਰ ਪਾਤਸ਼ਾਹ ਦੇ ਸੰਬੰਧ ਵਿੱਚ ਇਹ ਗੱਲ ਕਹੀ ਹੈ, ਤੇਰਾ ਸਾਚੋ ਦੇਗ ਸਾਚੋ ਸੂਰਮਾ, ਸ਼ਰਨ ਸਾਚੋ ਸਾਚੋ ਪਾਤਸ਼ਾਹ, ਗੁਰੂ ਗੋਬਿੰਦ ਕਹਾਇਓ ਹੈ। ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੱਚਾ ਪਾਤਸ਼ਾਹ ਕਹਿੰਦੇ ਹਾਂ। ਤੇ ਅਸੀਂ ਆਮ ਪਾਵਨ ਬਚਨ ਪੜ੍ਹਦੇ ਤੇ ਸੁਣਦੇ ਹਾਂ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ ਸੋਹੀ ਹੈ ਸਭਨਾ ਦਾ ਵੇਸਾ। ਆਪਾਂ ਸਤਿਗੁਰੂ ਮਹਾਰਾਜ ਨੂੰ ਸੱਚਾ ਪਾਤਸ਼ਾਹ ਕਹਿੰਦੇ ਹਨ ਤੇ ਸੱਚੇ ਪਾਤਸ਼ਾਹ ਦੇ ਅੱਗੇ ਜਿਹੜੇ ਪੁੱਤਰ ਨੇ ਉਹਨਾਂ ਨੂੰ ਆਪਾਂ ਸਾਹਿਬਜ਼ਾਦੇ ਆਖਦੇ ਹਾਂ। ਪਰ ਖਿਆਲ ਕਰਨਾ, ਇਤਿਹਾਸ ਦੇ ਅੰਦਰ ਗੁਰੂ ਸਾਹਿਬਾਨਾਂ ਦੇ
ਕੁੱਲ ਮਿਲਾ ਕੇ 22 ਪੁੱਤਰ ਨੇ। 22 ਪੁੱਤਰਾਂ ਦੇ ਵਿੱਚੋਂ 5 ਪੁੱਤਰ ਜਿਹੜੇ ਨੇ ਉਹ ਗੁਰੂ ਦੀ ਪਦਵੀ ਨੂੰ ਧਾਰਨ ਕਰਦੇ ਨੇ। ਉਹਨਾਂ ਬਾਕੀਆਂ ਦੇ ਵਿੱਚੋਂ ਅਸੀਂ ਕੇਵਲ 4 ਨੂੰ, ਗੁਰੂ ਕਲਗੀਧਰ ਪਾਤਸ਼ਾਹ ਦੇ ਹੀ 4 ਸਾਹਿਬਜ਼ਾਦਿਆਂ ਨੂੰ ਆਪਾਂ ਸਾਹਿਬਜ਼ਾਦਿਆਂ ਦੇ ਨਾਮ ਦੇ ਨਾਲ ਸੰਬੋਧਨ ਕਰਦੇ ਹਾਂ। ਬਾਕੀ ਪੁੱਤਰਾਂ ਨੂੰ ਆਪਾਂ ਸਾਹਿਬਜ਼ਾਦੇ ਨਹੀਂ ਆਖਦੇ। ਉਹਦਾ ਕਾਰਨ ਕੀ ਹੈ? ਜਦੋਂ ਅਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਪੁੱਤਰਾਂ ਦੀ ਗੱਲ ਕਰਦੇ ਹਾਂ, ਉਹਨਾਂ ਦੇ 2 ਸੁਪੁੱਤਰ ਸਨ, ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਲਖਮੀ ਦਾਸ ਜੀ। ਤੇ ਸਾਡੀ ਪਾਵਨ ਗੁਰਬਾਣੀ ਦੇ ਅੰਦਰ ਬਾਬਾ ਸੱਤਾ ਜੀ ਤੇ ਬਾਬਾ ਬਲਵੰਡ ਜੀ ਵੀ ਇਹ ਗੱਲ ਕਹਿੰਦੇ ਨੇ, ਪੁੱਤਰੀ ਕੌਲ ਨਾ ਪਾਲਿਓ, ਕਰ ਪੀਰੋ ਕੰਨ ਮੁਰਟੀਏ, ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛਟੀਏ। ਵੇ ਗੁਰੂ ਪੁੱਤਰਾਂ ਨੇ ਆਪਣੇ ਪਿਤਾ ਦਾ ਆਖਾ ਨਹੀਂ ਮੰਨਿਆ, ਆਪਣੇ ਪਿਤਰਾਂ ਦਾ ਹੁਕਮ ਨਹੀਂ ਮੰਨਿਆ। ਤੇ ਖਿਆਲ ਕਰਨਾ, ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੋਣਗੇ ਕਿ ਐਨ ਸਪੈਰੇ ਮੋਨ ਵਿਗੁਤਾ, ਕਿਉਂ ਜਾਗੇ ਗੁਰ ਬਿਨ ਸੁਤਾ, ਪਗ ਉਪੇ ਤਾਣਾ ਆਪਣਾ ਕੀਆ ਕਮਾਣਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਨੇ ਕਿ ਕੱਪੜੇ ਪਹਿਨਣ ਤੋਂ ਬਗੈਰ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੈ। ਤੇ ਬਾਬਾ ਸ਼੍ਰੀ ਚੰਦ ਪਹਿਲੇ ਦਿਨ ਤੋਂ ਉਹਨਾਂ ਨੇ ਲੰਗੋਟ ਪਹਿਨਿਆ ਤੇ ਅਖੀਰ ਤੱਕ ਲੰਗੋਟ ਪਹਿਨ ਕੇ ਰੱਖਿਆ। ਉਹਨਾਂ ਨੇ ਆਪਣੇ ਪਿਤਾ ਦਾ ਹੁਕਮ ਜਿਹੜਾ ਸੀ ਉਹ ਨਹੀਂ ਜੇ ਮੰਨਿਆ। ਤੇ ਜਦੋਂ ਬਾਹਰੋਂ ਆਏ ਬਾਬਾ ਲਹਿਣਾ ਜੀ, ਉਹਨਾਂ ਨੇ ਹਰ ਹੁਕਮ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਮੰਨਿਆ। ਤੇ ਜਦੋਂ ਗੁਰਤਾ ਗੱਦੀ ਦੀ ਦਾਤ ਉਹਨਾਂ ਨੂੰ ਬਖਸ਼ਿਸ਼ ਹੋਈ ਤੇ ਬਾਬਾ ਸ਼੍ਰੀ ਚੰਦ, ਬਾਬਾ ਲਖਮੀ ਦਾਸ, ਉਹਨਾਂ ਨੇ ਤੇ ਉਹਨਾਂ ਦੇ ਨਾਲ ਸੰਬੰਧਿਤ ਆਏ ਹੋਏ ਸ਼ਰੀਕ ਸੰਬੰਧੀਆਂ ਨੇ, ਉਹਨਾਂ ਦੇ ਪੱਖ ਵਿੱਚ ਆਏ ਹੋਏ ਲੋਕਾਂ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਿਆ ਵੀ ਤੁਸੀਂ ਇਹ ਨਵੀਂ ਗੱਲ ਚਲਾਉਣ ਲੱਗੇ ਹੋ, ਆਪਣੇ ਪੁੱਤਰਾਂ ਨੂੰ ਛੱਡ ਕੇ ਬਾਹਰੋਂ ਆਏ ਹੋਏ ਭਾਈ ਲਹਿਣੇ ਨੂੰ ਗੁਰਗੱਦੀ ਦੇਣ ਲੱਗੇ ਹੋ। ਤੇ ਉਸ ਵਕਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਉਹਨਾਂ ਲੋਕਾਂ ਨੂੰ ਆਖਿਆ ਵੀ ਮੈਂ ਦੇਣੀ ਤੇ ਦਾਤ ਇਹਨਾਂ ਨੂੰ ਹੀ ਸੀ, ਪਰ ਇਹਨਾਂ ਨੇ ਆਪਣਾ ਭਾਂਡਾ ਜਿਹੜਾ ਸੀ ਉਹ ਦਾਤ ਸੰਭਾਲਣ ਵਾਸਤੇ ਤਿਆਰ ਨਹੀਂ ਕੀਤਾ। ਉਸ ਵਕਤ ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਜੀ ਨੇ ਗਿਲਾ ਕੀਤਾ, ਕਹਿਣ ਲੱਗੇ ਤੁਸੀਂ ਸਾਨੂੰ ਕਦੋਂ ਭਾਂਡਾ ਦਿੱਤਾ ਸੀ ਦਾਤ ਸੰਭਾਲਣ ਦੇ ਵਾਸਤੇ? ਤੇ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ, ਯਾਦ ਕਰੋ, ਇੱਕ ਦਿਨ ਤੁਰਿਆਂ ਜਾਂਦਿਆਂ ਤੇ ਚਿੱਕੜ ਦੇ ਵਿੱਚ ਬਾਟਾ ਡਿੱਗ ਪਿਆ ਸੀ। ਮੈਂ ਸਭ ਤੋਂ ਪਹਿਲਾਂ ਸ਼੍ਰੀ ਚੰਦ ਨੂੰ ਕਿਹਾ ਸੀ ਵੀ ਇਹ ਬਾਟਾ ਚਿੱਕੜ ਦੇ ਵਿੱਚੋਂ ਕੱਢ ਦੇਵੋ। ਤੇ ਖਿਆਲ ਕਰਨਾ, ਉਸ ਵਕਤ ਬਾਬਾ ਸ਼੍ਰੀ ਚੰਦ ਨੇ ਇਹ ਗੱਲ ਕਹੀ ਸੀ ਕਿ ਚਿੱਕੜ ਵਿੱਚੋਂ ਕੱਢਿਆ ਹੋਇਆ ਬਾਟਾ ਕਿਸੇ ਕੰਮ ਦਾ ਨਹੀਂ ਹੈ। ਚਿੱਕੜ ਵਿੱਚੋਂ ਕੱਢਿਆ ਬਾਟਾ ਕਿਸੇ ਕੰਮ ਦਾ ਨਹੀਂ ਹੈ ਤੇ ਮੇਰੇ ਨਿਰਮਲ ਕੱਪੜੇ ਵੀ ਖਰਾਬ ਹੋ ਜਾਣਗੇ। ਸ਼੍ਰੀ ਚੰਦ ਨੇ ਇਨਕਾਰ ਕਰ ਦਿੱਤਾ। ਬਾਬਾ ਲਖਮੀ ਦਾਸ ਨੂੰ ਆਖਿਆ ਤੇ ਬਾਬਾ ਲਖਮੀ ਦਾਸ ਨੇ ਵੀ ਉੱਤਰ ਆਪਣੇ ਭਰਾ ਵਾਲਾ ਦੇ ਦਿੱਤਾ। ਕਹਿਣ ਲੱਗੇ, ਪਿਤਾ ਜੀ, ਘਰ ਵਿੱਚ ਬਾਟਿਆਂ ਦੀ ਕੋਈ ਕਮੀ ਨਹੀਂ ਹੈ ਤੇ ਚਿੱਕੜ ਵਿੱਚੋਂ ਡਿੱਗਿਆ ਹੋਇਆ ਬਾਟਾ ਮੈਂ ਕਿਵੇਂ ਕੱਢਾਂਗਾ? ਤੇ ਜੇਕਰ ਭਾਈ ਲਹਿਣੇ ਵਰਗੇ ਸੇਵਕ ਨਾਲ ਰੱਖਣੇ ਨੇ ਤੇ ਸਾਡਾ ਫਿਰ ਉਹਨਾਂ ਦਾ ਕੀ ਫਾਇਦਾ ਜੇ ਅਸੀਂ ਬਾਟੀ ਕੱਢਣੇ ਆ ਚਿੱਕੜ ਦੇ ਵਿੱਚੋਂ। ਪਰ ਉਸ ਵਕਤ ਭਾਈ ਲਹਿਣਾ ਜੀ ਨੇ ਬਿਨਾਂ ਕਿਸੇ ਟਾਈਮ ਨੂੰ ਖੁੰਝਾਇਆ, ਇਸ਼ਾਰਾ ਪਾ ਕੇ ਆਪਣੇ ਨਿਰਮਲ ਕੱਪੜਿਆਂ ਦੀ ਪਰਵਾਹ ਕੀਤੇ ਬਗੈਰ ਉਹ ਬਾਟਾ ਚਿੱਕੜ ਦੇ ਵਿੱਚੋਂ ਕੱਢ ਕੇ ਉਹਨੂੰ ਸਾਫ਼ ਸੁਥਰਾ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਭੇਂਟ ਕਰ ਦਿੱਤਾ ਸੀ। ਤੇ ਉਸ ਵਕਤ ਜਦੋਂ ਇਹ ਗੱਲ ਹੋਈ ਤੇ ਸ਼ਰੀਕ ਸੰਬੰਧੀ ਕਹਿਣ ਲੱਗੇ, ਉਸ ਵਕਤ ਇਹਨਾਂ ਦੀ ਉਮਰ ਨਿਆਣੀ ਸੀ ਤੇ ਇਹ ਸਮਝ ਨਹੀਂ ਸਕੇ। ਬਾਬਾ ਬੁੱਢਾ ਜੀ ਨੇ ਉਸੇ ਵਕਤ 1 ਪੈਸਾ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੁੱਠੀ ਦੇ ਵਿੱਚ ਰੱਖਿਆ ਤੇ ਮੁੱਠੀ ਵਿੱਚ ਰੱਖ ਕੇ ਮੁੱਠੀ ਬੰਦ ਕਰਵਾ ਦਿੱਤੀ ਤੇ ਬਾਬਾ ਸ਼੍ਰੀ ਚੰਦ ਨੂੰ ਕਿਹਾ। ਕਹਿਣ ਲੱਗੇ, ਗੁਰੂ ਨਾਨਕ ਸਾਹਿਬ ਮਹਾਰਾਜ ਦੀ ਤਲੀ ਦੇ ਵਿੱਚ ਕੀ ਹੈ? ਤੇ ਉਸ ਵਕਤ ਸ਼੍ਰੀ ਚੰਦ ਕਹਿਣ ਲੱਗੇ ਵੀ ਸਾਰਿਆਂ ਨੇ ਵੇਖਿਆ ਪਿਤਾ ਜੀ ਦੀ ਹਥੇਲੀ ਦੇ ਵਿੱਚ 1 ਪੈਸਾ ਹੈ। ਬਾਬਾ ਬੁੱਢਾ ਜੀ ਨੇ ਹਥੇਲੀ ਖੋਲੀ ਤੇ ਉਸ ਪੈਸੇ ਨੂੰ ਪਲਟਾ ਕੇ ਮੁੱਠੀ ਫਿਰ ਬੰਦ ਕਰਵਾ ਕੇ ਲਖਮੀ ਦਾਸ ਜੀ ਦੇ ਕੋਲੋਂ ਪੁੱਛਿਆ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਤਲੀ ਦੇ ਉੱਤੇ ਕੀ ਹੈ? ਤੇ ਬਾਬਾ ਲਖਮੀ ਦਾਸ ਵੀ ਕਹਿਣ ਲੱਗੇ
ਕੇਵਲ ਉਹਦਾ ਪਾਸਾ ਪਲਟਿਆ ਹੈ ਤੇ ਪੈਸਾ ਹੀ ਹੈ, ਉਹਨਾਂ ਦੇ ਹੱਥ ਦੇ ਵਿੱਚ ਪੈਸਾ ਹੀ ਹੈ, ਹੋਰ ਕੁਝ ਨਹੀਂ। ਤੇ ਜਦੋਂ ਭਾਈ ਲਹਿਣਾ ਜੀ ਨੂੰ ਪੁੱਛਿਆ, ਭਾਈ ਲਹਿਣਾ ਜੀ ਤੁਸੀਂ ਦੱਸੋ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੁੱਠੀ ਦੇ ਵਿੱਚ ਕੀ ਹੈ? ਤੇ ਉਸ ਵਕਤ ਭਾਈ ਲਹਿਣਾ ਜੀ ਨੇ ਹੱਥ ਜੋੜ ਕੇ ਕਿਹਾ, ਕਹਿਣ ਲੱਗੇ ਮੇਰੀ ਇੰਨੀ ਮੱਤ ਨਹੀਂ, ਮੈਂ ਦੱਸ ਸਕਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੁੱਠੀ ਦੇ ਵਿੱਚ ਕੀ ਹੈ। ਗੁਰੂ ਨਾਨਕ ਸਾਹਿਬ ਦੀ ਮੁੱਠੀ ਦੇ ਵਿੱਚ ਸਾਰਾ ਹੀ ਕੁਝ ਹੈ, ਸਾਰਾ ਹੀ ਸੰਸਾਰ ਹੈ, ਰਿੱਧੀਆਂ ਸਿੱਧੀਆਂ ਨੇ, ਧਨ ਪਦਾਰਥ ਨੇ, ਨੌ ਨਿਤ ਖਜ਼ਾਨੇ ਨੇ, ਤੇ ਮੇਰੀ ਇਹ ਜੇਬਾ ਜਿਹੜੀ ਹੈ ਉਹ ਬਿਆਨ ਨਹੀਂ ਕਰ ਸਕਦੀ ਵੀ ਕੀ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਤਲੀ ਦੇ ਉੱਤੇ ਹੈ। ਉਸ ਵਕਤ ਬਾਬਾ ਬੁੱਢਾ ਜੀ ਕਹਿਣ ਲੱਗੇ, ਆ ਭਾਈ ਲਹਿਣੀ ਦਾ ਅੰਦਰ ਹੈ, ਜਿਹਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਸੱਚਾ ਪਾਤਸ਼ਾਹ ਮੰਨ ਕੇ ਤੇ ਆਪਣਾ ਸਭ ਕੁਝ ਅਰਪਣ ਕੀਤਾ ਹੈ। ਭਾਈ ਲਹਿਣਾ ਜੀ ਨੂੰ ਗੁਰਤਾ ਗੱਦੀ ਮਿਲੀ। ਬਾਬਾ ਸ਼੍ਰੀ ਚੰਦ ਤੇ ਬਾਬਾ ਲਖਮੀ ਦਾਸ ਉਹ ਬਾਂਝੇ ਰਹਿ ਗਏ। ਉਸ ਤੋਂ ਬਾਅਦ ਗੁਰੂ ਅੰਗਦ ਦੇਵ ਮਹਾਰਾਜ ਜੀ ਦੇ ਦੋ ਸਪੁੱਤਰ ਬਾਬਾ ਦਾਸੂ ਜੀ ਤੇ ਬਾਬਾ ਦਾਤੂ ਜੀ, ਉਹਨਾਂ ਨੇ ਵੀ ਆਪਣੇ ਪਿਤਾ ਨੂੰ ਗੁਰੂ ਕਰਕੇ ਨਹੀਂ ਮੰਨਿਆ, ਕੇਵਲ ਪਿਤਾ ਕਰਕੇ ਮੰਨਦੇ ਰਹੇ ਤੇ ਸੰਸਾਰ ਦੇ ਵਿੱਚੋਂ ਉਹ ਵੀ ਜਿਹੜੇ ਸਨ ਖਾਲੀ ਚਲੇ ਗਏ। ਉਹਨਾਂ ਨੂੰ ਵੀ ਉਹ ਦਾਤ ਜਿਹੜੀ ਪ੍ਰਾਪਤ ਨਾ ਹੋ ਸਕੀ, ਜਿਹੜੀ ਦਾਤ ਬਾਬਾ ਅਮਰਦਾਸ ਜੀ ਨੇ ਬਾਹਰੋਂ ਆ ਕੇ ਬਜ਼ੁਰਗੀ ਵਿੱਚ ਗੁਰੂ ਘਰ ਦੇ ਵਿੱਚ ਆ ਕੇ ਸੇਵਾ ਦੇ ਨਾਲ ਪ੍ਰਾਪਤ ਕਰ ਲਈ। ਬਾਬਾ ਅਮਰਦਾਸ ਜੀ ਨੂੰ ਗੁਰੂ ਅਮਰਦਾਸ ਮਹਾਰਾਜ ਬਣਾ ਕੇ ਜਦੋਂ ਗੁਰਤਾ ਗੱਦੀ ਦਿੱਤੀ, ਇੱਥੋਂ ਤੱਕ ਕਿ ਬਾਬਾ ਦਾਤੂ ਜੀ ਨੇ ਗੁਰੂ ਸਾਹਿਬਾਨ ਦੇ ਲੱਤ ਵੀ ਮਾਰ ਦਿੱਤੀ ਹੰਕਾਰ ਦੇ ਵਿੱਚ ਆਇਆ ਹੋਇਆਂ ਨੂੰ। ਪਰ ਬਾਬਾ ਅਮਰਦਾਸ ਜੀ, ਗੁਰੂ ਅਮਰਦਾਸ ਮਹਾਰਾਜ ਨੇ ਬੜੀ ਨਿਮਰਤਾ ਦੇ ਨਾਲ ਇਸ ਗੱਲ ਨੂੰ ਸਹਾਰਿਆ। ਗੱਲ ਅੱਗੇ ਚੱਲੀ। ਗੁਰੂ ਅਮਰਦਾਸ ਮਹਾਰਾਜ ਦੇ ਵੀ ਦੋ ਸੁਪੁੱਤਰ ਸਨ, ਬਾਬਾ ਮੋਹਨ ਜੀ ਤੇ ਬਾਬਾ ਮੋਰੀ ਜੀ। ਉਹਨਾਂ ਨੇ ਵੀ ਇਸ ਦਾਤ ਤੋਂ ਵਾਂਝੇ ਰਹਿ ਗਏ, ਗੁਰਗੱਦੀ ਉਹਨਾਂ ਨੂੰ ਵੀ ਪ੍ਰਾਪਤ ਨਾ ਹੋ ਸਕੀ। ਕਿਉਂਕਿ ਉਹਨਾਂ ਨੇ ਵੀ ਗੁਰੂ ਘਰ ਦੇ ਵਿੱਚੋਂ ਉਹ ਗੁਰਮਤਿ ਦੀ ਸਿੱਖਿਆ ਜਿਹੜੀ ਸੀ ਉਹ ਪ੍ਰਾਪਤ ਨਾ ਕਰ ਸਕੇ। ਆਖਰ ਭਾਈ ਜੇਠਾ ਜੀ ਸੇਵਾ ਕਰਕੇ ਤੇ ਉਹਨਾਂ ਨੇ ਇਹ ਦਾਤ ਪ੍ਰਾਪਤ ਕਰ ਲਈ ਤੇ ਉਹ ਗੁਰੂ ਰਾਮਦਾਸ ਮਹਾਰਾਜ ਬਣ ਗਏ। ਇੱਥੋਂ ਤੱਕ ਇਤਿਹਾਸ ਦੇ ਅੰਦਰ ਔਰ ਗੁਰਬਾਣੀ ਦੇ ਅੰਦਰ ਜ਼ਿਕਰ ਕੀਤਾ ਗਿਆ ਕਿ ਉਸ ਵਕਤ ਮੋਹਰੀ ਪੁੱਤ ਸਨਮੁਖ ਹੋਆ, ਰਾਮਦਾਸੇ ਪੈਰੀ ਪਾਏ ਜਿਉ। ਬਾਬਾ ਮੋਰੀ ਜੀ ਉਹ ਤੇ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਦੇ ਵਿੱਚ ਨਮਸਕਾਰ ਕਰ ਗਏ, ਪਰ ਬਾਬਾ ਮੋਹਨ ਜੀ ਹੰਕਾਰ ਵਿੱਚ ਰਹਿ ਗਏ। ਬਾਬਾ ਮੋਰੀ ਜੀ ਦਾ ਨਾਮ ਤੇ ਗੁਰਬਾਣੀ ਦੇ ਵਿੱਚ ਆ ਗਿਆ, ਪਰ ਬਾਬਾ ਮੋਹਨ ਜੀ ਜਿਹੜੇ ਸਨ ਉਹਨਾਂ ਨੂੰ ਉਹ ਸਤਿਕਾਰ ਨਾ ਪ੍ਰਾਪਤ ਹੋ ਸਕਿਆ। ਗੁਰੂ ਰਾਮਦਾਸ ਮਹਾਰਾਜ ਜੀ ਦੇ ਅੱਗੇ ਤਿੰਨ ਸਪੁੱਤਰ ਨੇ, ਬਾਬਾ ਪ੍ਰਿਥੀ ਚੰਦ ਜੀ, ਬਾਬਾ ਉਸ ਵਕਤ ਗੁਰੂ ਅਰਜਨ ਸਾਹਿਬ ਮਹਾਰਾਜ, ਤੇ ਉਹਨਾਂ ਦੇ ਵਿੱਚੋਂ ਗੁਰੂ ਅਰਜਨ ਸਾਹਿਬ ਮਹਾਰਾਜ ਨੂੰ ਗੁਰਤਾ ਗੱਦੀ ਜਿਹੜੀ ਸੀ ਉਹ ਪ੍ਰਾਪਤ ਹੋਈ। ਬਾਬਾ ਪ੍ਰਿਥੀ ਚੰਦ ਤੇ ਬਾਬਾ ਮਹਾਦੇਵ ਜਿਹੜੇ ਸਨ ਉਹ ਬਿਰਵੇ ਰਹਿ ਗਏ, ਕਿਉਂਕਿ ਪ੍ਰੀਖਿਆ ਉਹਨਾਂ ਦੀ ਵੀ ਹੋਈ ਸੀ। ਜਦੋਂ ਸਿਹਾਰੀ ਮੱਲ ਜੀ ਦੇ ਉਸ ਵਕਤ ਲੜਕੇ ਦੀ ਸ਼ਾਦੀ ਲਾਹੌਰ ਦੇ ਵਿੱਚ ਸੀ ਤੇ ਗੁਰੂ ਰਾਮਦਾਸ ਮਹਾਰਾਜ ਨੇ ਸਭ ਤੋਂ ਪਹਿਲਾਂ ਪ੍ਰਿਥੀ ਚੰਦ ਨੂੰ ਜਿਹੜਾ ਸੀ ਉਹ ਕਿਹਾ ਵੀ ਤੁਸੀਂ ਲਾਹੌਰ ਜਾਓ। ਪਰ ਪ੍ਰਿਥੀ ਚੰਦ ਜਿਹੜਾ ਕੇਵਲ ਤੇ ਕੇਵਲ ਮਾਇਕ ਪਦਾਰਥਾਂ ਦੇ ਵਿੱਚ ਖਚਤ ਹੈ, ਤੇ ਉਹ ਆਪਣੇ ਪਿਤਾ ਗੁਰੂ ਰਾਮਦਾਸ ਮਹਾਰਾਜ ਨੂੰ ਆਖਦਾ ਹੈ ਕਿ ਪਿਤਾ ਜੀ ਤੁਸੀਂ ਮੈਨੂੰ ਕਹਿੰਦੇ ਹੋ ਤੁਸੀਂ ਲਾਹੌਰ ਜਾਓ। ਲਾਹੌਰ ਜਾਵਾਂਗਾ ਤੇ ਮਗਰੋਂ ਅੰਮ੍ਰਿਤਸਰ ਸ਼ਹਿਰ ਦੀ ਤਿਆਰੀ ਹੋ ਰਹੀ ਹੈ, ਰੋਜ਼ ਲੱਖਾਂ ਦਾ ਲੈਣ ਦੇਣ ਹੋ ਰਿਹਾ ਹੈ, ਇਹ ਕੌਣ ਕਰੂਗਾ? ਬਾਬਾ ਪ੍ਰਿਥੀ ਚੰਦ ਉਹਨਾਂ ਨੇ ਵੀ ਇਨਕਾਰ ਕਰ ਦਿੱਤਾ। ਬਾਬਾ ਮਹਾਦੇਵ ਉਹ ਬ੍ਰਿਕਤ ਸੁਭਾਅ ਦੇ ਮਾਲਕ ਸਨ, ਉਹਨਾਂ ਨੇ ਵੀ ਇਨਕਾਰ ਕਰ ਦਿੱਤਾ। ਤੇ ਹੁਕਮ ਮੰਨਣ ਦੀ ਜੇ ਗੱਲ ਆਈ, ਉਹ ਕੇਵਲ ਤੇ ਕੇਵਲ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਹੁਕਮ ਮੰਨਿਆ ਤੇ ਦਾਤ ਗੁਰਤਾ ਗੱਦੀ ਦੀ ਉਹਨਾਂ ਨੂੰ ਪ੍ਰਾਪਤ ਹੋ ਗਈ। ਉਸ ਤੋਂ ਬਾਅਦ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੇ ਇੱਕੋ ਇੱਕ ਸੁਪੁੱਤਰ ਗੁਰੂ ਹਰਗੋਬਿੰਦ ਮਹਾਰਾਜ ਨੇ, ਤੇ ਉਹਨਾਂ ਨੂੰ ਗੁਰਤਾ ਗੱਦੀ ਉਹ ਪ੍ਰਾਪਤ ਹੋਈ। ਅੱਗੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ 5 ਸੁਪੁੱਤਰ ਸਨ। ਉਹਨਾਂ ਸੁਪੁੱਤਰਾਂ ਦੇ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ ਹੈ, ਬਾਬਾ ਸੂਰਜਮਲ ਜੀ ਹੈ, ਬਾਬਾ ਅਣੀ ਰਾਏ ਜੀ ਹੈ, ਬਾਬਾ ਅਟਲ ਜੀ ਹੈ, ਛੋਟੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ। ਪਰ ਖਿਆਲ ਕਰਨਾ, ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣੇ ਕਿਸੇ ਵੀ ਸੁਪੁੱਤਰ ਨੂੰ
ਗੁਰਤਾ ਗੱਦੀ ਨਹੀਂ ਜੇ ਦਿੱਤੀ, ਸਗੋਂ ਆਪਣੇ ਪੁੱਤਰ ਬਾਬਾ ਗੁਰਦਿੱਤਾ ਜੀ ਦੇ ਅੱਗੇ ਪੁੱਤਰ ਭਾਵ ਗੁਰੂ ਹਰਗੋਬਿੰਦ ਮਹਾਰਾਜ ਜੀ ਨੇ ਆਪਣੇ ਪੋਤਰੇ ਗੁਰੂ ਹਰਿਰਾਏ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ। ਤੇ ਗੁਰੂ ਹਰਿਰਾਏ ਸਾਹਿਬ ਜੀ ਦੇ ਵੀ ਅੱਗੇ ਦੋ ਸੁਪੁੱਤਰ ਸਨ, ਬਾਬਾ ਰਾਮ ਰਾਏ ਜੀ ਤੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ। ਬਾਬਾ ਰਾਮ ਰਾਏ ਵੱਡੇ ਸਨ, ਪਰ ਉਹਨਾਂ ਨੇ ਵੀ ਇੱਕ ਬੜੀ ਵੱਡੀ ਗਲਤੀ ਕੀਤੀ। ਜਦੋਂ ਗੁਰੂ ਘਰ ਦੇ ਵਿੱਚ ਸੱਦਾ ਆਇਆ, ਉਸ ਵਕਤ ਦੇ ਹੁਕਮਰਾਨ ਔਰੰਗਜ਼ੇਬ ਦਾ, ਕਿ ਤੁਸੀਂ ਆਪਣਾ ਪੱਖ ਜਿਹੜਾ ਹੈ ਉਹ ਆ ਕੇ ਦਿੱਲੀ ਦੱਸੋ। ਤੇ ਖਿਆਲ ਕਰਨਾ, ਬਾਬਾ ਰਾਮ ਰਾਏ ਨੂੰ ਭੇਜਿਆ ਗਿਆ। ਬਾਬਾ ਰਾਮ ਰਾਏ ਨੇ ਗੁਰੂ ਦੀ ਕਿਰਪਾ ਦੇ ਨਾਲ ਉਹਨਾਂ ਦਰਬਾਰੀਆਂ ਦੇ ਸਵਾਲ ਕੀਤੇ ਹੋਏ ਉਹਨਾਂ ਦੇ ਜਵਾਬ ਬਾਖੂਬੀ ਦਿੱਤੇ, ਕਿਉਂਕਿ ਗੁਰੂ ਦੀ ਕਿਰਪਾ ਸਿਰ ਦੇ ਉੱਤੇ ਸੀ, ਮਿਹਰਮਤ ਭਰਿਆ ਹੱਥ ਸੀ। ਪਰ ਖਿਆਲ ਕਰਨਾ, ਜਦੋਂ ਨੇੜਤਾ ਹੋ ਗਈ ਤੇ ਉਸ ਨੇੜਤਾ ਦੇ ਅੰਦਰ ਉਹਨਾਂ ਦਰਬਾਰੀਆਂ ਦੇ ਨਾਲ ਚਲਾਕੀ ਕਰਕੇ ਤੇ ਉਸ ਵਕਤ ਬਾਬਾ ਰਾਮ ਰਾਏ ਦੇ ਕੋਲੋਂ ਪੁੱਛਿਆ ਕਿ ਤੁਹਾਡੀ ਗੁਰਬਾਣੀ ਕਹਿੰਦੀ ਹੈ ਮਿੱਟੀ ਮੁਸਲਮਾਨ ਕੀ ਪੇੜੇ ਪਈ ਘੁਮਿਆਰ, ਇਹਦੇ ਅਰਥ ਦੱਸੋ ਕਿ ਇਹ ਸੱਚ ਹੈ। ਉਸ ਵਕਤ ਰਾਮ ਰਾਏ ਜਿਹੜਾ ਸੀ ਉਹ ਥਿੜਕ ਗਿਆ। ਆਪਣੀ ਬਣਾਈ ਹੋਈ ਜਿਹੜੀ ਨੇੜਤਾ ਸੀ ਉਸ ਨੂੰ ਉਹ ਗਵਾਉਣਾ ਨਹੀਂ ਸੀ ਚਾਹੁੰਦਾ, ਜੇ ਉਹਦੇ ਕਾਰਨ ਉਹਨੇ ਗੁਰਬਾਣੀ ਦੀ ਪੰਕਤੀ ਜਿਹੜੀ ਸੀ ਉਹ ਬਦਲ ਦਿੱਤੀ। ਉਹਨੇ ਮਿੱਟੀ ਮੁਸਲਮਾਨ ਕੀ ਜਗ੍ਹਾ ਮਿੱਟੀ ਬੇਈਮਾਨ ਕੀ ਕਹਿ ਦਿੱਤਾ। ਤੇ ਜਦੋਂ ਗੁਰੂ ਹਰਿਰਾਏ ਸਾਹਿਬ ਜੀ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਸਤਿਗੁਰੂ ਮਹਾਰਾਜ ਨੇ ਉਸੇ ਵਕਤ ਉਹਨੂੰ ਗੁਰੂ ਘਰ ਵਿੱਚ ਆਉਣ ਤੋਂ ਰੋਕ ਦਿੱਤਾ ਅਤੇ ਇਹ ਗੱਲ ਕਹਿ ਦਿੱਤਾ ਵੀ ਰਾਮ ਰਾਏ ਨੂੰ ਆਖੋ ਇਹਦਾ ਮੁਖ ਜਿੱਧਰਲੇ ਪਾਸੇ ਨੂੰ ਹੈ ਇਹ ਉਧਰਲੇ ਪਾਸੇ ਨੂੰ ਚਲਾ ਜਾਏ, ਗੁਰੂ ਘਰ ਦੇ ਵਿੱਚ ਇਹ ਪ੍ਰਵਾਨ ਨਹੀਂ ਹੋਵੇਗਾ। ਗੁਰੂ ਹਰਿਰਾਏ ਸਾਹਿਬ ਜੀ ਨੇ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜਿਹੜੇ ਉਹਨਾਂ ਦੇ ਛੋਟੇ ਪੁੱਤਰ ਸਨ, ਉਹਨਾਂ ਨੂੰ ਗੁਰਤਾ ਗੱਦੀ ਜਿਹੜੀ ਸੀ ਉਹ ਬਖਸ਼ਿਸ਼ ਕਰ ਦਿੱਤੀ। ਉਸ ਤੋਂ ਬਾਅਦ ਗੁਰੂ ਤੇਗ ਬਹਾਦਰ ਮਹਾਰਾਜ, ਜੋ ਕਿ ਗੁਰੂ ਹਰਗੋਬਿੰਦ ਮਹਾਰਾਜ ਦੇ ਪੁੱਤਰ ਨੇ, ਤੇ ਉਸ ਵਕਤ ਪੋਤਰੇ ਤੋਂ ਦਾਦੇ ਨੂੰ ਫਿਰ ਗੁਰਗੱਦੀ ਗਈ। ਇੱਕ ਵਾਰ ਜਿਹੜੀ ਸੀ ਦਾਦੇ ਤੋਂ ਪੋਤਰੇ ਨੂੰ ਗਈ ਸੀ, ਗੁਰੂ ਹਰਗੋਬਿੰਦ ਮਹਾਰਾਜ ਜੀ ਤੋਂ ਗੁਰੂ ਹਰਿਰਾਏ ਸਾਹਿਬ ਜੀ, ਤੇ ਹੁਣ ਫਿਰ ਪੋਤਰੇ ਤੋਂ ਦਾਦੇ ਨੂੰ ਭਾਵ ਗੁਰੂ ਹਰਕ੍ਰਿਸ਼ਨ ਪਾਤਸ਼ਾਹ ਜੀ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਉਹ ਗੁਰਗੱਦੀ ਪ੍ਰਾਪਤ ਹੋਈ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਇੱਕੋ ਇੱਕ ਸੁਪੁੱਤਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਉਹਨਾਂ ਨੂੰ ਗੁਰਤਾ ਗੱਦੀ 10ਵੇਂ ਜਾਮੇ ਦੇ ਰੂਪ ਦੇ ਵਿੱਚ ਮਿਲਦੀ ਹੈ। ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਅੱਗੇ 4 ਸੁਪੁੱਤਰ ਨੇ। ਉਹਨਾਂ 4 ਸੁਪੁੱਤਰਾਂ ਨੇ ਸੰਸਾਰ ਦੇ ਅੰਦਰ ਉਹ ਮਹਾਨ ਕਰਮ ਕੀਤੇ ਨੇ, ਜਿਨ੍ਹਾਂ ਦੇ ਕਰਕੇ ਅਸੀਂ ਆਪਾਂ ਸਤਿਕਾਰ ਦੇ ਨਾਲ ਸਾਹਿਬਜ਼ਾਦੇ ਨਾਮ ਦੇ ਨਾਲ ਉਹਨਾਂ ਨੂੰ ਸੰਬੋਧਨ ਕਰਦੇ ਹਾਂ। ਸਭ ਤੋਂ ਪਹਿਲਾਂ ਬਾਬਾ ਅਜੀਤ ਸਿੰਘ, ਜਿਨ੍ਹਾਂ ਦਾ ਜਨਮ 26 ਜਨਵਰੀ ਸਨ 1687 ਨੂੰ ਪੌਂਟਾ ਸਾਹਿਬ ਦੀ ਧਰਤੀ ਦੇ ਉੱਤੇ ਸਤਿਗੁਰੂ ਮਹਾਰਾਜ ਜੀ ਦੇ ਘਰ ਉਸ ਵਕਤ ਮਾਤਾ ਸੁੰਦਰੀ ਜੀ ਦੇ ਕੁੱਖ ਤੋਂ ਹੋਇਆ ਕਰਦਾ ਹੈ। ਉਸ ਤੋਂ ਬਾਅਦ ਛੋਟੇ ਸਾਹਿਬਜ਼ਾਦੇ ਬਾਬਾ ਜੁਝਾਰ ਸਿੰਘ, ਬਾਬਾ ਅਜੀਤ ਸਿੰਘ ਤੋਂ ਛੋਟੇ ਬਾਬਾ ਜੁਝਾਰ ਸਿੰਘ, ਉਹਨਾਂ ਦਾ ਜਨਮ 14 ਮਾਰਚ ਸਨ 1691 ਨੂੰ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਹੁੰਦਾ ਹੈ। ਤੀਸਰੇ ਸਾਹਿਬਜ਼ਾਦੇ ਦਾ ਜਨਮ ਬਾਬਾ ਜੋਰਾਵਰ ਸਿੰਘ 17 ਨਵੰਬਰ ਸਨ 1696 ਨੂੰ, ਇਹਨਾਂ ਦਾ ਜਨਮ ਵੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਮਾਤਾ ਜੀਤੋ ਜੀ ਦੀ ਕੁੱਖ ਤੋਂ ਹੁੰਦਾ ਹੈ। ਤੇ ਸਭ ਤੋਂ ਛੋਟੇ ਸਾਹਿਬਜ਼ਾਦੇ ਬਾਬਾ ਫਤਿਹ ਸਿੰਘ, ਉਹਨਾਂ ਦਾ ਜਨਮ 26 ਫਰਵਰੀ ਸਨ 1699 ਨੂੰ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਹੀ ਮਾਤਾ ਜੀਤ ਕੌਰ ਜੀ ਦੇ ਕੁੱਖ ਤੋਂ ਉਹਨਾਂ ਦਾ ਜਨਮ ਹੁੰਦਾ ਹੈ। ਤੇ ਇੱਕ ਗੱਲ ਯਾਦ ਰੱਖਣੀ ਹੈ, ਮਾਤਾ ਜੀਤੋ ਜੀ ਉਹ 5 ਦਸੰਬਰ ਸਨ 1700 ਨੂੰ ਇਸ ਸੰਸਾਰ ਨੂੰ ਛੱਡ ਕੇ ਚਲੇ ਜਾਂਦੇ ਨੇ। ਤੇ ਬਾਬਾ ਫਤਿਹ ਸਿੰਘ, ਬਾਬਾ ਜੋਰਾਵਰ ਸਿੰਘ, ਇਹਨਾਂ ਦਾ ਪਾਲਣ ਪੋਸ਼ਣ ਵੀ ਮਾਤਾ ਗੁਜਰੀ ਜੀ ਕਰਦੇ ਨੇ। ਸੰਸਾਰ ਦੇ ਅੰਦਰ ਉਹਨਾਂ ਦਾ ਪਾਲਣ ਪੋਸ਼ਣ ਹੁੰਦਾ ਹੈ, ਵੱਡੇ ਹੁੰਦੇ ਨੇ, ਵਿਖੜੇ ਪੈਂਡੇ ਸੰਸਾਰ ਦੇ ਵਿੱਚ ਉਹਨਾਂ ਦੇ ਜੀਵਨ ਦੇ ਸਾਨੂੰ ਦੇਖਣ ਨੂੰ ਮਿਲਦੇ ਨੇ। ਤੇ ਇੱਕ ਦਿਨ ਮਾਤਾ ਗੁਜਰੀ ਜੀ, ਕਿਉਂਕਿ ਸਾਰੀ ਪਰਵਰਿਸ਼ ਉਹਨਾਂ ਨੇ ਕੀਤੀ ਸੀਗੀ,
ਤੇ ਇੱਕ ਦਿਨ ਮਾਤਾ ਗੁਜਰੀ ਜੀ ਦੀ ਗੋਦ ਦੇ ਵਿੱਚ ਚਾਰੋਂ ਸਾਹਿਬਜ਼ਾਦੇ ਜਿਹੜੇ ਨੇ ਉਹ ਖੇਡ ਰਹੇ ਨੇ। ਦੋ ਸਾਹਿਬਜ਼ਾਦੇ ਗੋਦੀ ਦੇ ਵਿੱਚ ਨੇ ਤੇ ਦੋ ਸਾਹਿਬਜ਼ਾਦੇ ਉਹ ਇੱਕ ਨੇ ਗਲਵੱਕੜੀ ਪਾਈ ਹੋਈ ਆ, ਇੱਕ ਕੋਲ ਖੜੇ ਨੇ ਤੇ ਮਾਤਾ ਗੁਜਰੀ ਜੀ ਬੜੇ ਖੁਸ਼ ਨੇ, ਬੜੇ ਪ੍ਰਸੰਨ ਨੇ। ਤੇ ਜਦੋਂ ਪ੍ਰਸੰਨਤਾ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਨੇ ਵੇਖਿਆ ਆਪਣੀ ਮਾਤਾ ਗੁਜਰੀ ਜੀ ਨੂੰ ਤੇ ਉਸ ਵਕਤ ਕੋਲ ਆ ਕੇ ਪੁੱਛਿਆ, ਕਹਿਣ ਲੱਗੇ, ਮਾਂ ਅੱਜ ਬੜੇ ਖੁਸ਼ ਹੋ ਤੁਸੀਂ, ਇਸ ਖੁਸ਼ੀ ਦਾ ਕੀ ਕਾਰਨ ਹੈ? ਤੇ ਉਸ ਵਕਤ ਮਾਤਾ ਗੁਜਰੀ ਜੀ ਨੇ ਇੱਕ ਗੱਲ ਕਹੀ, ਕਹਿਣ ਲੱਗੇ, ਲਾਲ ਤੁਸੀਂ ਗੁਰੂ ਸੀ, ਸਮਰੱਥ ਹੋ, ਪਰ ਮਨ ਦੇ ਅੰਦਰ ਕਦੀ ਕਦੀ ਤੌਖਲਾ ਪੈਦਾ ਹੁੰਦਾ ਹੈ ਕਿ ਔਰੰਗਜ਼ੇਬ ਬੜਾ ਜ਼ਾਲਮ ਬਾਦਸ਼ਾਹ ਹੈ, ਬੜੇ ਜ਼ੁਲਮ ਕਮਾਉਂਦਾ ਹੈ, ਜਿਹਨੇ ਆਪਣੇ ਪਿਤਾ ਨੂੰ ਨਹੀਂ ਜੇ ਬਖਸ਼ਿਆ, ਜਿਹਨੇ ਆਪਣੇ ਭਰਾਵਾਂ ਨੂੰ ਵੀ ਨਹੀਂ ਜੇ ਬਖਸ਼ਿਆ, ਜਿਸ ਨੇ ਆਪਣੀ ਔਲਾਦ ਨੂੰ ਵੀ ਨਹੀਂ ਬਖਸ਼ਿਆ। ਦਿੱਲੀ ਦਾ ਤਖਤ ਪ੍ਰਾਪਤ ਕਰਨ ਵਾਸਤੇ ਮਨ ਵਿੱਚ ਤੌਖਲਾ ਹੈ ਕਿ ਉਹ ਸੰਸਾਰ ਵਿੱਚ ਸਭ ਕੁਝ ਕਰ ਸਕਦਾ ਹੈ ਤੇ ਤੁਸੀਂ ਇਕੱਲੇ ਸੀ ਤੇ ਮਨ ਵਿੱਚ ਇੱਕ ਡਰ ਜਿਹੜਾ ਪੈਦਾ ਹੋ ਰਿਹਾ ਸੀ। ਪਰ ਹੁਣ ਮੇਰੇ ਕੋਲ ਪੋਤਰਿਆਂ ਦੇ ਰੂਪ ਦੇ ਵਿੱਚ 4 ਪੁੱਤਰ ਨੇ, ਹੁਣ ਮੈਨੂੰ ਕੋਈ ਡਰ ਨਹੀਂ ਹੈ, ਮੈਨੂੰ ਕੋਈ ਤੌਖਲਾ ਨਹੀਂ ਹੈ। ਗੁਰੂ ਕਲਗੀਧਰ ਪਾਤਸ਼ਾਹ ਨੇ ਉਸ ਵਕਤ ਇੱਕ ਗੱਲ ਮਾਤਾ ਗੁਜਰੀ ਜੀ ਨੂੰ ਆਖੀ, ਕਹਿਣ ਲੱਗੇ, ਮਾਂ ਤੇਰੀ ਗੋਦ ਵਿੱਚ ਤੇ ਇੱਕੋ ਹੀ ਪੁੱਤਰ ਰਹੇਗਾ। ਜਦੋਂ ਇਹ ਗੱਲ ਕਹੀ ਮਾਂ ਦੇ ਕਲੇਜੇ ਨੂੰ ਧੂੜ ਪੈ ਗਈ, ਕਹਿਣ ਲੱਗੀ, ਪੁੱਤ ਤੁਸੀਂ ਇਹ ਕੀ ਗੱਲ ਕਹਿੰਦੇ ਹੋ, ਇੱਕ ਰਹੇਗਾ? ਸਤਿਗੁਰੂ ਗੁਰੂ ਕਲਗੀਧਰ ਪਾਤਸ਼ਾਹ ਨੇ ਮਾਤਾ ਗੁਜਰੀ ਨੂੰ ਗੱਲ ਕੇ ਕਹਿਣ ਲੱਗੇ, ਹਾਂ ਮਾਂ ਤੁਹਾਡੀ ਗੋਦ ਵਿੱਚ ਕੇਵਲ ਤੇ ਕੇਵਲ ਇੱਕ ਖਾਲਸਾ ਰਹੇਗਾ। ਇਹ ਤੇ ਮੈਂ ਪਰਮੇਸ਼ਰ ਦੇ ਕੋਲੋਂ 4 ਗੁਣ ਮੰਗ ਕੇ ਲਏ ਨੇ। ਮੈਂ ਇਹਨਾਂ 4 ਸਾਹਿਬਜ਼ਾਦਿਆਂ ਨੂੰ ਵਾਰ ਕੇ, ਮੈਂ ਇਹਨਾਂ 4 ਸਾਹਿਬਜ਼ਾਦਿਆਂ ਨੂੰ ਨਿਸ਼ਾਵਰ ਕਰਕੇ ਤੇ ਕੇਵਲ ਇਹ 4 ਗੁਣ ਖਾਲਸੇ ਦੇ ਅੰਦਰ ਭਰ ਕੇ ਖਾਲਸੇ ਨੂੰ ਤੁਹਾਡੀ ਗੋਦੀ ਦੇ ਵਿੱਚ ਪਾ ਦੇਣਾ ਹੈ। ਗੁਰੂ ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਮੈਂ ਪਰਮੇਸ਼ਰ ਦੇ ਕੋਲੋਂ ਆਪਣੇ ਵੱਡੇ ਪੁੱਤਰ ਅਜੀਤ ਸਿੰਘ ਨੂੰ ਮੰਨਿਆ ਹੈ ਤੇ ਖਾਲਸੇ ਦੇ ਅੰਦਰ ਮੈਂ ਅਜੀਤ ਦਾ ਗੁਣ ਪੈਦਾ ਕਰਾਂਗਾ। ਮੈਂ ਆਪਣੇ ਵੱਡੇ ਸੁਪੁੱਤਰ ਅਜੀਤ ਨੂੰ ਨਿਸ਼ਾਵਰ ਕਰ ਦਿਆਂਗਾ, ਪਰ ਖਿਆਲ ਕਰੀ ਖਾਲਸੇ ਦੇ ਅੰਦਰ ਅਜੀਤ ਪੈਦਾ ਕਰ ਦਿਆਂਗਾ। ਭਾਵ ਖਾਲਸੇ ਨੂੰ ਕੋਈ ਜਿੱਤ ਨਹੀਂ ਜੇ ਸਕਦਾ, ਭਾਵੇਂ ਉਹ ਕਿਸੇ ਪੱਧਰ ਤੇ ਹੋਵੇ, ਭਾਵੇਂ ਬਾਹਰੀ ਤੌਰ ਤੇ ਹੋਵੇ, ਭਾਵੇਂ ਅੰਦਰਲੇ ਰੂਪ ਦੇ ਵਿੱਚ ਹੋਵੇ, ਖਾਲਸੇ ਨੂੰ ਕੋਈ ਜਿੱਤ ਨਹੀਂ ਜੇ ਸਕੇਗਾ। ਤੇ ਖਿਆਲ ਕਰਨਾ ਮਾਂ, ਜਦੋਂ ਕੋਈ ਮਨੁੱਖ ਅਜੀਤ ਹੋਣਾ ਚਾਹਵੇ, ਦੁਸ਼ਮਣ ਉਹਨੂੰ ਜਿੱਤ ਨਾ ਸਕੇ, ਤੇ ਖਿਆਲ ਕਰਿਓ ਉਹਨਾਂ ਨੂੰ ਫਿਰ ਜੂਝਣਾ ਪੈਂਦਾ ਹੈ, ਮੈਦਾਨੇ ਜੰਗ ਦੇ ਅੰਦਰ ਜੂਝਣਾ ਪੈਂਦਾ ਹੈ। ਤੇ ਮੈਂ ਆਪਣਾ ਦੂਸਰਾ ਪੁੱਤਰ ਜੁਝਾਰ ਉਹਨੂੰ ਵਾਰ ਕੇ ਤੇ ਖਾਲਸੇ ਦੇ ਅੰਦਰ ਉਹ ਜੂਝਣ ਦਾ ਮਾਦਾ ਪੈਦਾ ਕਰਾਂਗਾ, ਉਹ ਜੂਝਣ ਦਾ ਗੁਣ ਜਿਹੜਾ ਹੈ ਉਹ ਖਾਲਸੇ ਦੇ ਅੰਦਰ ਪੈਦਾ ਕਰਾਂਗਾ। ਖਾਲਸਾ ਜਿਹੜਾ ਹੈ ਉਹ ਮੈਦਾਨੀ ਜੰਗ ਦੇ ਅੰਦਰ ਜੂਝੇਗਾ, ਮੈਦਾਨੀ ਜੰਗ ਦੇ ਅੰਦਰ ਜੂਝੇਗਾ ਤੇ ਉਹਨੂੰ ਕੋਈ ਜਿੱਤ ਨਹੀਂ ਜੇ ਸਕੇਗਾ। ਫਿਰ ਕਈ ਵਾਰ ਜਦੋਂ ਮਨੁੱਖ ਜੂਝਦਾ ਹੈ ਤੇ ਕਈ ਵਾਰ ਬਲ ਦੇ ਕਾਰਨ ਵੀ ਉਹਨੂੰ ਹਾਰ ਦਾ ਸਾਹਮਣਾ ਪੈਂਦਾ ਹੈ, ਕਰਨਾ ਪੈਂਦਾ ਹੈ, ਜਾਂ ਫਿਰ ਉਹ ਜੂਝ ਨਹੀਂ ਸਕਦਾ। ਮੈਂ ਆਪਣਾ ਤੀਸਰਾ ਸਾਹਿਬਜ਼ਾਦਾ ਜੁਝਾਰ ਸਿੰਘ ਵਾਰ ਕੇ ਉਹਦੇ ਵਿੱਚੋਂ ਜ਼ੋਰ ਕੱਢ ਕੇ ਤੇ ਖਾਲਸੇ ਦੇ ਅੰਦਰ ਉਹ ਜ਼ੋਰ ਪੈਦਾ ਕਰ ਦਿਆਂਗਾ। ਖਾਲਸੇ ਦੇ ਅੰਦਰ ਜ਼ੋਰ ਹੋਵੇਗਾ ਤੇ ਜ਼ੋਰ ਦੇ ਨਾਲ ਉਹ ਜੂਝੇਗਾ। ਤੇ ਮਾਂ ਯਾਦ ਰੱਖਿਓ, ਮੈਂ ਆਪਣਾ ਸਭ ਤੋਂ ਛੋਟਾ ਸਾਹਿਬਜ਼ਾਦਾ ਫਤਿਹ ਸਿੰਘ ਉਹਨੂੰ ਵੀ ਵਾਰ ਕੇ ਤੇ ਖਾਲਸੇ ਦੇ ਅੰਦਰ ਚੌਥਾ ਗੁਣ ਫਤਿਹ ਦਾ ਪੈਦਾ ਕਰ ਦਿਆਂਗਾ। ਮੇਰਾ ਖਾਲਸਾ ਮੈਦਾਨੀ ਜੰਗ ਦੇ ਅੰਦਰ ਫਤਿਹ ਪ੍ਰਾਪਤ ਕਰੇਗਾ। ਇਹ ਭੱਜੇਗਾ ਨਹੀਂ, ਇਹ ਮੈਦਾਨੀ ਜੰਗ ਦੇ ਅੰਦਰ ਗੱਜੇਗਾ। ਇਹ ਮੈਦਾਨੀ ਜੰਗ ਦੇ ਅੰਦਰ ਗੱਜ ਕੇ ਜਿਹੜੀ ਹੈ ਉਹ ਫਤਿਹ ਪ੍ਰਾਪਤ ਕਰੇਗਾ। ਮੈਂ ਇਹ 4 ਸਾਹਿਬਜ਼ਾਦੇ ਦੁਨੀਆ ਦੇ ਉੱਤੋਂ ਵਾਰ ਕੇ, ਦੁਨੀਆ ਦੇ ਉੱਤੋਂ ਨਿਸ਼ਾਵਰ ਕਰਕੇ ਤੇ ਇਹ 4 ਗੁਣ ਜਿਹੜੇ ਨੇ ਉਹ ਖਾਲਸੇ ਦੇ ਅੰਦਰ ਪੈਦਾ ਕਰ ਦੇਣੇ ਹਨ। ਤੇ ਯਾਦ ਰੱਖਿਓ, ਇਹੀ ਗੱਲ ਗੁਰੂ ਕਲਗੀਧਰ ਪਾਤਸ਼ਾਹ ਨੇ
ਦਮਦਮਾ ਸਾਹਿਬ ਦੀ ਧਰਤੀ ਦੇ ਉੱਤੇ ਆਪਣੇ ਮਹਿਲਾਂ ਨੂੰ ਉਸ ਵਕਤ ਕਹੀ ਸੀ, ਜਦੋਂ ਉਹਨਾਂ ਨੇ ਪੁੱਛਿਆ ਸੀ ਭਰੇ ਦੀਵਾਨ ਦੇ ਅੰਦਰ ਕਿ ਸਾਰੇ ਸਿੰਘ ਨਜ਼ਰ ਆ ਰਹੇ ਨੇ ਪਰ ਮੇਰੇ ਲਾਲ ਨਜ਼ਰ ਨਹੀਂ ਆ ਰਹੇ, ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਕਹਿ ਦਿੱਤਾ ਸੀ ਉਹਨਾਂ ਸਿੰਘਾਂ ਵੱਲ, ਉਹਨਾਂ ਖਾਲਸਿਆਂ ਵੱਲ ਇਸ਼ਾਰਾ ਕਰਕੇ ਜਿਨ੍ਹਾਂ ਦੇ ਅੰਦਰ ਉਹ ਚਾਰੇ ਗੁਣ ਭਰੇ ਹੋਏ ਸਨ। ਉਹਨਾਂ ਦੇ ਅੰਦਰ ਫਤਿਹ ਦਾ ਗੁਣ ਵੀ ਸੀ, ਉਹਨਾਂ ਦੇ ਅੰਦਰ ਜ਼ੋਰ ਦਾ ਗੁਣ ਵੀ ਸੀ, ਉਹਨਾਂ ਦੇ ਅੰਦਰ ਜੂਝਣ ਦਾ ਮਾਦਾ ਵੀ ਸੀ, ਉਹਨਾਂ ਦੇ ਅੰਦਰ ਅਜੀਤ ਦਾ ਗੁਣ ਵੀ ਸੀ। ਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਕਹਿ ਦਿੱਤਾ ਸੀ ਇਨ ਪੁੱਤਰਨ ਕੇ ਸੀਸ ਪੇ ਵਾਰ ਦੀਏ ਸੁਤ ਚਾਰ, ਚਾਰ ਮੁਏ तो क्या हुआ जीवत कई हजार। सतगुरु महाराज ने उस वक्त किया सी आ मेरा खालसा इको एक पुत्र, ਇਹਦੇ ਅੰਦਰ ਉਹ ਸਾਰੇ ਗੁਣ ਨੇ, ਇਹ ਸਾਰੇ ਗੁਣ ਉਹਨਾਂ ਦੇ ਅੰਦਰ ਨੇ ਤੇ ਮੈਂ ਇਹਨਾਂ ਦੇ ਉੱਤੋਂ ਉਹ ਸਾਰੇ ਸਾਹਿਬਜ਼ਾਦੇ ਵਾਰ ਦਿੱਤੇ ਨੇ, ਇਹ ਵੀ ਮੇਰੇ ਪੁੱਤਰ ਨੇ। ਇਹੀ ਗੱਲ ਇਤਿਹਾਸ ਸਾਨੂੰ ਚਮਕੌਰ ਦਾ ਗੜੀ ਦਰਸਾਉਂਦੀ ਹੈ। ਜਦੋਂ ਗੁਰੂ ਕੇ ਸਿੱਖਾਂ ਨੇ ਆਖਿਆ ਸੀ ਸਤਿਗੁਰੂ ਮਹਾਰਾਜ ਤੁਸੀਂ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਚਮਕੌਰ ਦੀ ਗੜੀ ਛੱਡ ਕੇ ਚਲੇ ਜਾਓ, ਤੇ ਮੇਰੇ ਮਾਲਕ ਨੇ ਉਸ ਵਕਤ ਉਹਨਾਂ ਨੂੰ ਕਿਹਾ ਸੀ ਕਿ ਭਾਈ ਦਇਆ ਸਿੰਘ ਜੀ ਤੁਸੀਂ ਵੀ ਮੇਰੇ ਅਜੀਤ ਹੋ, ਤੁਸੀਂ ਵੀ ਮੇਰੇ ਜੁਝਾਰ ਹੋ, ਮੈਂ ਆਪਣੇ ਪੁੱਤਰਾਂ ਨੂੰ ਲੈ ਕੇ ਤੇ ਤੁਹਾਨੂੰ ਇਸ ਗੜੀ ਦੇ ਵਿੱਚ ਛੱਡ ਕੇ ਕਿਵੇਂ ਚਲਾ ਜਾਵਾਂ। ਗੁਰੂ ਕਲਗੀਧਰ ਪਾਤਸ਼ਾਹ ਨੇ ਆਪਣੇ ਸੁਪੁੱਤਰ ਤੇ ਗੁਰੂ ਕੇ ਸਿੱਖਾਂ ਦੇ ਵਿੱਚ ਕੋਈ ਵੀ ਵਿਤਕਰਾ ਨਹੀਂ ਰਿਹਾ ਰੱਖਿਆ, ਕੇਵਲ ਤੇ ਕੇਵਲ ਉਹਨਾਂ ਨੂੰ ਵੀ ਆਪਣੇ ਪੁੱਤਰ ਹੀ ਜਿਹੜਾ ਸੀ ਉਹ ਮੰਨਿਆ। ਗੁਰੂ ਕਲਗੀਧਰ ਪਾਤਸ਼ਾਹ ਦੇ ਇਹ ਚਾਰ ਸਾਹਿਬਜ਼ਾਦੇ ਜਿਨ੍ਹਾਂ ਦੇ ਅੰਦਰ ਉਹ ਮਹਾਨ ਖੂਬੀਆਂ ਤੇ ਉਹਨਾਂ ਨੇ ਮਹਾਨ ਕਾਰਜ ਸੰਸਾਰ ਦੇ ਅੰਦਰ ਕਰਕੇ ਸੰਸਾਰ ਦੇ ਅੰਦਰ ਆਪਣੀ ਨਵੇਕਲੀ ਪਹਿਚਾਣ ਬਣਾਈ, ਅਸੀਂ ਯਾਦ ਕਰਦੇ ਹਾਂ। ਭਾਵੇਂ ਉਹਨਾਂ ਦੀਆਂ ਉਮਰਾਂ ਛੋਟੀਆਂ ਨੇ, 7 ਤੇ 9 ਸਾਲ ਕੰਧਾਂ ਦੇ ਵਿੱਚ ਖਲੋ ਕੇ ਸ਼ਹੀਦ ਹੋਏ ਨੇ, ਪਰ ਫਿਰ ਵੀ ਅਸੀਂ ਉਹਨਾਂ ਨੂੰ ਬਾਬਿਆਂ ਦਾ ਲਕਬ ਦੇ ਕੇ, ਸਾਹਿਬਜ਼ਾਦਿਆਂ ਦਾ ਲਕਬ ਦੇ ਕੇ ਅਸੀਂ ਸਤਿਕਾਰ ਦੇ ਨਾਲ ਆਪਣਾ ਸਿਰ ਜਿਹੜਾ ਹੈ ਉਹ ਝੁਕਾਉਂਦੇ ਹਾਂ। ਸਤਿਗੁਰੂ ਮਹਾਰਾਜ ਕਿਰਪਾ ਕਰੇ ਸਾਡੇ ਮਨ ਦੇ ਅੰਦਰ ਵੀ, ਸਾਡੇ ਹਿਰਦੇ ਦੇ ਅੰਦਰ ਵੀ ਉਹ ਚਾਰ ਸਾਹਿਬਜ਼ਾਦਿਆਂ ਦੇ ਗੁਣ ਆ ਜਾਣ, ਅਸੀਂ ਵੀ ਅਸਲ ਦੇ ਵਿੱਚ ਸਤਿਗੁਰ ਦੇ ਪੁੱਤਰ ਕਹਿਲਾਉਣ ਦੇ ਹੱਕਦਾਰ ਹੋ ਕੇ ਇਹ ਆਪਣਾ ਜੀਵਨ ਲੋਕ ਤੇ ਪਰਲੋਕ ਸੁਹੇਲਾ ਕਰ ਸਕੀਏ। ਸਤਿਗੁਰੂ ਮਹਾਰਾਜ ਕਿਰਪਾ ਕਰਨ। ਵਿਚਾਰਾਂ ਦੀ ਸਾਂਝ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਿਸ਼ ਕਰਨੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।